ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ, ਵਿਸਰਾਮ, ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ, ਸੁਣ ਰਹੇ ਹਾਂ। ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 18 ਪੌੜੀਆਂ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕਰ ਚੁੱਕੇ ਆ। ਸੋ ਇਹ ਜੋ ਆਪ ਜੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਵਿਸ਼ਰਾਮ ਤੇ ਉਚਾਰਨ ਸਰਵਣ ਕਰਦੇ ਹੋ, ਇਹਦੇ ਜੋ ਅਰਥ ਹਨ, ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਅਤੇ ਫਰੀਦਕੋਟ ਵਾਲੇ ਟੀਕੇ ਦੇ ਵਿੱਚੋਂ ਖਾਸ ਕਰਕੇ ਲਏ ਗਏ ਹਨ। ਅਤੇ ਹੋਰ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜੋ ਗੁਰੂ ਗ੍ਰੰਥ ਸਾਹਿਬ ਕੋਸ਼ ਹੈ, ਅਤੇ ਗੁਰਬਾਣੀ ਐਕਸਪਲੋਰਰ ਈਸ਼ਰ ਮਾਈਕਰੋਮੀਡੀਆ ਜੋ ਹੈ ਰਾੜਾ ਸਾਹਿਬ ਵਾਲਿਆਂ ਦਾ, ਜਿਨ੍ਹਾਂ ਦੀ ਐਪ ਬਣੀ ਹੋਈ ਹੈ, ਉੱਥੋਂ ਵੀ ਲਏ ਗਏ ਹਨ। ਹੋਰ ਕਈ ਵਿਦਵਾਨ ਪੁਰਸ਼ਾਂ ਦੀਆਂ ਰੈਫਰੈਂਸ ਮਹਾਨ ਕੋਸ਼ ਭਾਈ ਕਾਹਨ ਸਿੰਘ ਜੀ ਨਾਭਾ ਆਦਿਕ, ਫਰੀਦਕੋਟ ਵਾਲਾ ਟੀਕਾ ਆਦਿਕ, ਇਹਨਾਂ ਤੋਂ ਲਏ ਗਏ ਹਨ। ਸੋ ਗੁਰਬਾਣੀ ਨੂੰ ਪੜ੍ਹਨ ਅਤੇ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ 3 ਤਰ੍ਹਾਂ ਦੇ ਵਿਸ਼ਰਾਮ ਮੰਨੇ ਆ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. ਵਿਸ਼ਰਾਮ means pause, ਰੁਕਣਾ, ਠਹਿਰਨਾ। ਸੋ ਅਲਪ ਵਿਸ਼ਰਾਮ means a short pause. Ardha Vishram means a slightly longer pause. Then Alpa Vishram. And Purna Vishram means a full stop. 3 ਤਰ੍ਹਾਂ ਦੇ ਵਿਸ਼ਰਾਮ ਗੁਰਬਾਣੀ ਨੂੰ ਸਮਝਣ ਵਾਸਤੇ ਵਰਤੇ ਗਏ ਹਨ। ਸੋ ਇਹੀ ਆਪਾਂ ਤੁਹਾਨੂੰ ਸਿਖਾਉਣਾ, ਅਸੀਂ ਸਿੱਖਣਾ ਕਿ ਗੁਰਬਾਣੀ ਦਾ ਕਿੱਥੇ ਕਿੱਥੇ ਵਿਸ਼ਰਾਮ ਲੱਗੂਗਾ ਸਹੀ ਤਰੀਕੇ ਦੇ ਨਾਲ, ਤੇ ਕਿਸ ਤਰ੍ਹਾਂ ਗੁਰਬਾਣੀ ਦਾ ਉਚਾਰਨ ਕੀਤਾ ਜਾਣਾ ਚਾਹੀਦਾ। ਸੋ ਜਿਹੜੇ ਮੀਨਿੰਗ ਹੈ ਉਹ ਕੋਸ਼ਿਸ਼ ਕੀਤੀ ਵੀ ਬਹੁਤ ਸ਼ਾਰਟ ਦੇ ਵਿੱਚ ਕੀਤੇ ਜਾਣ, ਪਰ ਫਿਰ ਵੀ ਸਮਝਾਉਣ ਵਾਸਤੇ ਥੋੜ੍ਹਾ ਜਿਹਾ ਮੀਨਿੰਗ, ਅਰਥ ਲੰਬਾ ਵੀ ਹੋ ਜਾਂਦਾ। ਸੋ ਜ਼ਿਆਦਾਤਰ ਆਪਾਂ ਇਸੇ ਚੀਜ਼ 'ਤੇ ਪ੍ਰੈਸ਼ਰ ਪਾਇਆ ਕਿ ਗੁਰਬਾਣੀ ਦਾ ਉਚਾਰਨ ਤੇ ਗੁਰਬਾਣੀ ਦੇ ਵਿਸ਼ਰਾਮ ਇਹ ਸਿੱਖੇ ਜਾਣ ਚੰਗੀ ਤਰ੍ਹਾਂ। ਸੋ ਅੱਜ ਆਪਾਂ 19ਵੀਂ ਪੌੜੀ ਦਾ, 18ਵੀਂ ਪੌੜੀ ਤੋਂ ਅੱਗੇ 19ਵੀਂ ਪੌੜੀ ਦੇ ਉਚਾਰਨ, ਅਰਥ ਤੇ ਵਿਸ਼ਰਾਮ ਸਰਵਣ ਕਰਦੇ ਹਾਂ। ਅਸੰਖ ਨਾਵ, ਅਸੰਖ ਥਾਵ, ਇੱਕੋ ਹੀ ਵਿਸ਼ਰਾਮ ਹੈ ਇਹਦੇ ਤੇ। ਇਸ ਪੰਕਤੀ ਵਿੱਚ 2 ਵਾਰੀ ਅਸੰਖ ਸ਼ਬਦ ਵਰਤਾ ਗਿਆ, ਇੱਕ ਵਿਸ਼ਰਾਮ ਹੈ ਇਹਦੇ ਵਿੱਚ। ਅਸੰਖ ਨਾਵ ਵਿਸ਼ਰਾਮ, ਅਸੰਖ ਥਾਵ, ਇਸ ਤਰ੍ਹਾਂ। ਤਾਂ ਇਹਨੂੰ ਆਪਾਂ ਇਸ ਤਰ੍ਹਾਂ ਉਚਾਰਨ ਨਹੀਂ ਕਰਨਾ, ਅਸੰਖ ਨਾਵ, ਅਸੰਖ ਥਾਵ, ਐ ਨਹੀਂ ਬੋਲਣਾ ਗਾ, ਰੌਂਗ ਉਚਾਰਨ ਨਹੀਂ ਕਰਨਾ। ਨਾਵ ਤੇ ਥਾਵ ਇਸ ਤਰ੍ਹਾਂ ਬੋਲਣਾ। ਨਾਵ ਮੀਨਸ ਨਾਮ, ਥਾਵ means ਥਾਂ, places. ਨਾਮ means ਨਾਮ, names. ਤਾਂ ਇਸ ਤਰ੍ਹਾਂ ਉਚਾਰਨ ਕਰਨਾ, ਨਾਵ ਤੇ ਵਿਸ਼ਰਾਮ ਲਾ ਕੇ। ਅਸੰਖ ਨਾਵ, ਅਸੰਖ ਥਾਵ,
ਇਸ ਦਾ ਅਰਥ ਹੈ ਅਸੰਖ ਨਾਮ। ਅਸੰਖ ਨਾਮ ਦਾ ਮਤਲਬ ਹੈ, ਹੇ ਵਾਹਿਗੁਰੂ, ਅਨੇਕਾਂ ਹੀ ਤੇਰੇ ਨਾਮ ਹਨ। ਅਸੰਖ ਮਤਲਬ ਅਣਗਿਣਤ, ਅਨੇਕਾਂ, ਕਾਊਂਟਲੈਸ, ਗਿਣਤੀ ਤੋਂ ਬਾਹਰ। ਹੇ ਵਾਹਿਗੁਰੂ, ਅਨੇਕਾਂ ਹੀ ਤੇਰੇ ਨਾਮ ਹਨ, ਜਿਵੇਂ ਅੱਲਾ, ਗੋਡ, ਰਾਮ, ਵਾਹਿਗੁਰੂ, ਰਹੀਮ, ਕਰੀਮ, ਗੋਪਾਲ, ਪਰਮੇਸ਼ਰ, ਪਾਰ ਬ੍ਰਹਮ, ਬੀਠਲ, ਗੋਬਿੰਦ ਅਤੇ ਹੋਰ ਕਿੰਨੇ ਹੀ ਨਾਮ ਹਨ। ਅਸੰਖ ਥਾਵ। ਥਾਵ ਦਾ ਮਤਲਬ ਹੈ ਕਿ ਹੇ ਵਾਹਿਗੁਰੂ, ਅਨੇਕਾਂ ਹੀ ਤੇਰੇ ਰਹਿਣ ਦੇ ਥਾਂ ਹਨ, ਜਿਨ੍ਹਾਂ ਨੂੰ ਅਸੀਂ ਨੋਰਮਲ ਤੌਰ 'ਤੇ ਤਾਂ ਗੁਰਦੁਆਰਾ ਮਸਜਿਦ ਹੀ ਮੰਨਦੇ ਹਾਂ। ਗੁਰਦੁਆਰਾ, ਮੰਦਰ, ਮਸਜਿਦ, ਚਰਚ, ਠਾਕਰ ਦੁਆਰਾ, ਧਰਮਸ਼ਾਲਾ, ਹੋਰ ਕਿੰਨੇ ਹੀ ਨਾਮ ਹਨ ਤੇਰੇ ਰਹਿਣ ਵਾਲੇ। ਪਰ ਇਸ ਤੋਂ ਬਕਾਇਦਾ ਤੂੰ ਸਾਰਿਆਂ ਦੇ ਹਿਰਦੇ ਵਿੱਚ, ਸਾਰੇ ਜੀਵਾਂ ਦੇ ਵਿੱਚ, ਸਾਰੀ ਬਨਸਪਤੀ ਦੇ ਵਿੱਚ ਵਸਦਾ ਹੈ। ਇਸ ਤਰ੍ਹਾਂ ਤੇਰਾ ਇੱਕ ਕੋਈ ਥਾਂ ਨਹੀਂ, ਨਾ ਤੇਰਾ ਗੁਰਦੁਆਰਾ ਥਾਂ, ਨਾ ਤੇਰਾ ਮੰਦਰ ਥਾਂ ਰਹਿਣ ਵਾਲਾ, ਨਾ ਮਸਜਿਦ ਤੇਰੀ ਰਹਿਣ ਵਾਲੀ ਥਾਂ, ਨਾ ਚਰਚ ਤੇਰੀ ਰਹਿਣ ਵਾਲੀ ਥਾਂ। ਇਹ ਤਾਂ ਮਨੁੱਖਾਂ ਨੇ ਥਾਂ ਮੰਨੇ ਆ ਵੀ ਉੱਥੇ ਜਾ ਕੇ ਅਸੀਂ ਇਕੱਠੇ ਹੋ ਕੇ ਸਤਸੰਗ ਕਰੀਏ ਤੇ ਪ੍ਰਮਾਤਮਾ ਨੂੰ ਚੇਤੇ ਕਰੀਏ। ਉਹ ਥਾਂ ਨੂੰ ਥੋੜ੍ਹਾ ਪਵਿੱਤਰ ਮੰਨਦੇ ਹਾਂ ਅਸੀਂ। ਸੋ ਉਂਝ ਪ੍ਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਹਰ ਥਾਂ 'ਤੇ ਵਸਦਾ, ਹਰ ਥਾਂ 'ਤੇ ਉਹਦਾ ਥਾਂ ਰਹਿਣ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖਦੇ ਹਨ, ਅਨਾਮ ਹੈ ਅਠਾਮ ਹੈ, ਅਨਾਮ ਹੈ ਅਠਾਮ ਹੈ। ਅਨਾਮ ਦਾ ਮਤਲਬ ਅਨੇਕਾਂ ਤੇਰੇ ਨਾਮ, ਅਠਾਮ ਹੈ ਮਤਲਬ ਅਨੇਕਾਂ ਤੇਰੇ ਥਾਂ ਹਨ। ਫਿਰ ਇੱਕ ਥਾਂ 'ਤੇ ਹੋਰ ਵੀ ਗੁਰੂ ਜੀ ਲਿਖਦੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸਰਬੱਤਰ ਨਾਮੰ ਕਿ ਸਰਬੱਤਰ ਠਾਮੰ। ਅਨਾਮ ਹੈ, ਠਾਮ ਹੈ, ਸਰਬੱਤਰ ਨਾਮੰ, ਸਰਬੱਤਰ ਠਾਮੰ ਸੇਮ ਹੀ ਮੀਨਿੰਗ ਹੈ। ਕਿ ਸਰਬੱਤਰ ਨਾਮੰ, ਕਿ ਤੇਰੇ ਬਹੁਤ ਸਾਰੇ ਨਾਮ ਹਨ, ਸਾਰੇ ਨਾਮ ਤੇਰੇ ਹੀ ਹਨ। ਕਿ ਸਰਬੱਤਰ ਠਾਮੰ, ਸਾਰੇ ਥਾਂ ਤੇਰੇ ਹੀ ਹਨ, ਸਾਰੀਆਂ ਥਾਵਾਂ 'ਤੇ ਤੂੰ ਹੀ ਹੈ। ਦੁਨੀਆ 'ਤੇ ਜਿੰਨੇ ਵੀ ਨਾਮ ਹਨ ਉਹ ਸਾਰੇ ਪਰਮੇਸ਼ਰ ਦੇ ਹੀ ਹਨ, ਹੈ ਨਾ। ਜਿਸ ਤਰ੍ਹਾਂ ਸਾਡੇ ਵੀ ਨਾਮ ਹੈ, ਸਾਡੇ ਨਾਮ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਹੀ ਵਾਸਾ ਹੈ। ਜਿਵੇਂ ਦਵਿੰਦਰ, ਕਰਮ, ਜੀਤ, ਹੈ ਨਾ। ਇਹ ਸਾਰੇ ਉਹ ਕਿੰਨੇ ਵੀ ਨਾਮ, ਕਿਸੇ ਵੀ ਨਾਮ ਦਾ ਤੁਸੀਂ ਆਪਦੇ ਨਾਮ ਦਾ ਹੀ ਮੀਨਿੰਗ ਕੱਢ ਕੇ ਦੇਖ ਲਓ ਤੁਸੀਂ, ਤੁਹਾਡੇ ਆਪਣੇ ਨਾਮ ਦੇ ਮੀਨਿੰਗ ਵਿੱਚੋਂ ਹੀ ਰੱਬ ਦਾ ਨਾਮ ਨਿਕਲ ਆਊਗਾ। ਇਸ ਤਰ੍ਹਾਂ ਪ੍ਰਮਾਤਮਾ ਦੇ ਕਿੰਨੇ ਹੀ ਨਾਮ ਹਨ, ਸਾਰੀਆਂ ਥਾਵਾਂ ਤੇ ਉਸੇ ਦੇ ਨਾਮ ਹੀ ਹਨ। ਦੈਨ ਅਗੰਮ, ਅਗੰਮ, ਅਸੰਖ ਲੋ। ਅਗੰਮ, ਅਗੰਮ ਤੇ ਵਿਸ਼ਰਾਮ, ਫਿਰ ਕਹਿਣਾ ਅਸੰਖ ਲੋ। ਅਗੰਮ, ਅਗੰਮ, ਵਿਸ਼ਰਾਮ, ਅਸੰਖ ਲੋ। ਹੁਣ ਇੱਥੇ ਕਈ ਵਾਰੀ ਗਲਤੀ ਹੋ ਜਾਂਦੀ ਉਚਾਰਨ ਦੇ ਵਿੱਚ, ਗਲਤੀ ਕਰਦੇ ਹਾਂ। ਆਗਮ, ਆਗਮ ਬੋਲਦੇ ਹਾਂ ਅਸੀਂ, ਆਗਮ, ਅਗਮ, ਆਗਮ, ਆਗਮ, ਅਸੰਖ ਲੋ। ਨਹੀਂ, ਗੱਗੇ ਨੂੰ ਟਿੱਪੀ ਲੱਗੀ ਹੋਈ ਹੈ, ਅਗੰਮ ਐ ਬੋਲਣਾ। ਅਗੰਮ, ਗੱਗੇ ਟਿੱਪੀ ਮੰਮਾ ਗੰਮ, ਅਗੰਮ, ਆੜਾ ਗੱਗੇ ਟਿੱਪੀ ਮੰਮਾ, ਅਗੰਮ, ਅਗੰਮ। ਫਿਰ ਅਸੀਂ ਥੋੜ੍ਹੀ ਜਿਹੀ ਗਲਤੀ ਅੱਗੇ ਹੋਰ ਕਰਦੇ ਹਾਂ, ਅਸੰਖ ਲੋ। ਲੋ, ਜਿਹੜੀ ਲੋ ਹੁੰਦੀ ਹੈ, ਲੋ ਜਦੋਂ ਬੋਲਾਂਗੇ ਲੋ ਦੇ ਨਾਲ ਹਾਹਾ ਲੱਗੂਗਾ। ਲੋ ਮੀਨਸ ਰੋਟੀਆਂ ਪਕਾਉਣ ਵਾਲਾ ਤਵਾ, ਬਹੁਤ ਸਾਰੀਆਂ ਰੋਟੀਆਂ ਇੱਕੋ ਵਾਰੀ ਪੱਕ ਜਾਣ, ਉਹ ਲੋ ਹੁੰਦੀ ਹੈ। ਲੰਗਰਾਂ ਦੇ ਵਿੱਚ ਵੱਡੀਆਂ ਵੱਡੀਆਂ ਲੋਹਾਂ ਹੁੰਦੀਆਂ ਜਿਸ ਦੇ ਉੱਪਰ ਰੋਟੀ ਪੱਕਦੀ ਆ। ਬਟ ਇੱਥੇ ਗੁਰੂ ਜੀ ਨੇ ਲੱਲੇ ਹੋੜਾ ਐੜਾ ਨਾਲ ਐੜਾ ਲੱਗਿਆ ਹੋਇਆ। ਅਸੀਂ ਐੜੇ ਦੀ ਸਾਊਂਡ ਦੇਣੀ ਹੈ, ਲੋ ਦੇ ਨਾਲ ਐੜੇ ਦੀ ਸਾਊਂਡ ਨਹੀਂ ਆਉਂਦੀ। ਅਸੀਂ ਇਸ ਤਰ੍ਹਾਂ ਬੋਲਾਂਗੇ, ਲੋ, ਅਸੰਖ ਲੋ। ਲੋ ਬੜਾ ਲੌਂਗ ਨਹੀਂ ਕਰਨਾ, ਲੌਂਗ ਤਾਂ ਸਿਰਫ ਸਿੱਖਣ ਵਾਸਤੇ ਤੁਹਾਨੂੰ ਦੱਸ ਰਿਹਾ ਮੈਂ। ਲੋ, 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 ਇਸ ਤਰ੍ਹਾਂ
ਇਸ ਤਰ੍ਹਾਂ ਉਚਾਰਨ ਕਰਨਾ। ਆੜਾ ਮੂੰਹ ਦੇ ਵਿੱਚ ਹੀ ਰੱਖਣਾ। ਇਹਦੀ ਸਾਊਂਡ ਆ ਜਿਹੜੀ ਹਵਾ, ਜਿਹੜੀ ਮੂੰਹ ਦੀ ਹਵਾ ਬਾਹਰ ਨਹੀਂ ਕੱਢਣੀ ਗੀ। ਲੋ ਲੋ ਐ ਬੋਲਾਂਗੇ, ਫਿਰ ਮੂੰਹ ਦੀ ਹਵਾ ਬਾਹਰ ਨਿਕਲੂਗੀ, ਆੜਾ ਪੂਰਾ ਬੋਲੂਗਾ। ਥੋੜਾ ਜਿਹਾ ਬੋਲਣਾ, ਹਵਾ ਅੰਦਰ ਰੱਖਣੀ। ਲੋ ਲੋ ਲੋ, ਇਸ ਤਰ੍ਹਾਂ। ਤੋ ਰੂਟੀਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਅਗੰਮ ਅਗੰਮ ਅਸੰਖ ਲੋ, ਹੈ ਨਾ। ਇਹ ਥੋੜਾ ਜਿਹਾ ਸਿੱਖਣ ਵਾਸਤੇ ਲੰਮੀ ਸਾਊਂਡ ਦਿੱਤੀ ਆ। ਸੋ ਅਗੰਮ ਦਾ ਅਰਥ ਹੈ ਜਿੱਥੇ ਪਹੁੰਚਿਆ ਨਾ ਜਾਵੇ, ਦੂਜੇ ਪਾਰ, ਜਿੱਥੇ ਪਹੁੰਚਣਾ ਬਹੁਤ ਔਖਾ ਹੋਵੇ। ਅਗੰਮ ਦੂਸਰਾ ਪਾਸਾ, ਜਿੱਥੇ ਪਹੁੰਚਿਆ ਨਾ ਜਾਵੇ। ਸੋ ਗੁਰੂ ਜੀ ਬਚਨ ਕਰਦੇ ਨੇ ਇਸ ਪੰਕਤੀ ਵਿੱਚ ਕਿ ਹੇ ਵਾਹਿਗੁਰੂ ਜੀ, ਅਣਗਿਣਤ ਹੀ ਆਕਾਸ਼ ਹਨ ਜੋ ਪਰੇ ਤੋਂ ਪਰੇ ਹਨ, ਜੋ ਪਕੜ ਵਿੱਚ ਨਹੀਂ ਆਉਂਦੇ। ਅਗੰਮ ਅਗੰਮ ਅਨੇਕਾਂ ਹੀ ਆਕਾਸ਼ ਹਨ ਜੋ ਪਰੇ ਤੋਂ ਪਰੇ ਹਨ ਤੇ ਪਕੜ ਵਿੱਚ ਨਹੀਂ ਆਉਂਦੇ। ਸਾਇੰਸ ਇੰਨੀ ਵੱਧ ਗਈ ਆ, ਹਲੇ ਵੀ ਅੱਗੇ ਤੋਂ ਅੱਗੇ ਹੋਰ ਧਰਤੀਆਂ ਉਹਨਾਂ ਨੂੰ ਮਿਲੀ ਜਾਂਦੀਆਂ, ਹੋਰ ਉਹਨਾਂ ਨੂੰ ਜਗ੍ਹਾ ਮਿਲੀ ਜਾਂਦੀ ਹੈ। ਤਾਰਾ ਮਿਲ ਗਿਆ, ਕੋਈ ਧਰਤੀ ਮਿਲ ਗਈ, ਨਵੀਂ ਤੋਂ ਨਵੀਂ ਧਰਤੀ ਮਿਲ ਰਹੀ ਹੈ ਉਹਨਾਂ ਨੂੰ। ਹਲੇ ਤੱਕ ਕੋਈ ਅੰਤ ਨਹੀਂ ਆ ਰਿਹਾ ਹੈਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਆਕਾਸ਼ ਜੋ ਪਰੇ ਤੋਂ ਪਰੇ ਹਨ ਤੇ ਜੋ ਪਕੜ ਵਿੱਚ ਨਹੀਂ ਆਉਂਦੇ। ਅਸੰਖ ਲੋ, ਅਨੇਕਾਂ ਹੀ ਧਰਤੀਆਂ ਹਨ ਜੋ ਦੇਖਣ ਵਿੱਚ ਨਹੀਂ ਆਉਂਦੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਪਰਥਾਏ ਲਿਖਦੇ ਹਨ, ਬ੍ਰਹਮੰਡ ਸਹਿ ਖਲਖੰਡ ਸਹਿ, ਧਰਤੀ ਧਰ ਹੈ ਕਰਣਾ ਕਰ ਹੈ। ਦੋ ਬਚਨ ਕੀਤੇ ਗੁਰੂ ਜੀ ਨੇ ਜਾਪ ਸਾਹਿਬ ਦੇ ਵਿੱਚ। ਬ੍ਰਹਮੰਡ ਸਹਿ ਖਲਖੰਡ ਸਹਿ, ਕਿੰਨੇ ਹੀ ਖੰਡ ਹਨ, ਕਿੰਨੇ ਹੀ ਬ੍ਰਹਮੰਡ ਹਨ। ਸਾਰੇ ਬ੍ਰਹਮੰਡਾਂ ਦੇ ਵਿੱਚ ਤੂੰ ਆਪ ਸਮਾਇਆ ਹੋਇਆ ਹੈ। ਬ੍ਰਹਮੰਡ ਪਰੇ ਤੋਂ ਪਰੇ ਹੈ, ਖੰਡ ਪਰੇ ਤੋਂ ਪਰੇ ਹੈ। ਧਰਤੀ ਧਰ ਹੈ, ਧਰਤੀਆਂ ਪਰੇ ਤੋਂ ਪਰੇ ਹਨ। ਕਰਨਾ ਕਰੈ, ਸਾਰੀਆਂ ਦਾ ਕਰਨਹਾਰ ਤੂੰ ਆਪ ਪਰਮੇਸ਼ਰ ਹੈ। ਦੈਨ ਅਸੰਖ ਕਹੇ ਸਿਰ ਭਾਰ ਹੋਏ, ਕਹੇ ਤੇ ਵਿਸ਼ਰਾਮ ਆਊਗਾ। ਸੋ ਇਸ ਤਰ੍ਹਾਂ ਅਸੀਂ ਤਾਂ ਉਚਾਰਨ ਕਰਨਾ, ਇਸ ਤਰ੍ਹਾਂ ਵਿਸ਼ਰਾਮ ਲਾਉਣਾ। ਅਸੰਖ ਕਹੇ ਵਿਸ਼ਰਾਮ, ਸਿਰ ਭਾਰ ਹੋਏ, ਇਸ ਤਰ੍ਹਾਂ। ਇੱਥੇ ਸਾਡੇ ਕੋਲ ਗਲਤੀ ਕੀ ਹੁੰਦੀ ਆ, ਅਸੀਂ ਬੋਲਦੇ ਹਾਂ ਅਸੰਖ ਕਹੇ ਸਿਰ ਭਾਰ ਹੋਏ, ਕਹੇ ਬੋਲਦੇ ਹਾਂ, ਕਹੇ। ਸੋ ਰੋਂਗ ਉਚਾਰਨ ਹੈ ਇਸ ਦਾ, ਰੋਂਗ ਪ੍ਰੋਨਾਂਸੀਏਸ਼ਨ ਹੈ ਇਸ ਦੀ, ਕਿਉਂਕਿ ਇੱਥੇ ਦੋ ਹਾਹੇ ਲੱਗੇ ਹੋਏ ਹਨ। ਕੱਕਾ ਹਾਹਾ ਹਾਹੇ ਸਿਆਰੀ, ਕੱਕਾ ਹਾਹਾ ਹਾਹੇ ਸਿਆਰੀ। ਕਹੇ, ਜਿਹੜੇ ਲਾਸਟ ਵਾਲੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ। ਹੇ ਬੋਲਾਂਗੇ, ਕਹੇ ਸੇ, ਕਹੇ ਕਹੇ ਕਹੇ, ਇਸ ਤਰ੍ਹਾਂ ਬੋਲ। ਅਸੰਖ ਕਹੇ ਸਿਰ ਭਾਰ ਹੋਏ, ਇਹ ਸਹੀ ਉਚਾਰਨ ਹੈ ਇਹਦਾ। ਇਸ ਦਾ ਅਰਥ ਹੈ, ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ, ਹੇ ਭਾਈ, ਉਸ ਵਾਹਿਗੁਰੂ ਨੂੰ ਅਣਗਿਣਤ ਕਹਿਣਾ ਵੀ ਸਿਰ ਉੱਤੇ ਭਾਰ ਚੁੱਕਣ ਦੇ ਬਰਾਬਰ ਹੈ। ਸੰਖ ਕਹੇ, ਉਸ ਨੂੰ ਅਣਗਿਣਤ ਤੇ ਬੇਅੰਤ ਕਹਿਣਾ ਵੀ ਸਿਰ ਉੱਤੇ ਭਾਰ ਚੁੱਕਣ ਦੇ ਬਰਾਬਰ ਹੈ। ਉਹ ਐਨਾ ਮਹਾਨ ਹੈ ਕਿ ਉਸ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ। ਦੈਨ ਹੁਣ ਅੱਗੇ ਇਸੇ ਪੌੜੀ ਦੇ ਵਿੱਚ ਗੁਰੂ ਜੀ ਵਿਚਾਰ ਨੂੰ ਬਦਲ ਕੇ ਅੱਖਰਾਂ ਦੀ ਮਹਾਨਤਾ ਦੱਸਦੇ ਆ। ਇੱਥੋਂ ਤੱਕ ਵਾਹਿਗੁਰੂ ਦੇ ਗੁਣਾਂ ਦੀ, ਵਾਹਿਗੁਰੂ ਦੀ ਹੋਂਦ ਦੀ ਵਿਚਾਰ ਕੀਤੀ ਗੁਰੂ ਜੀ ਨੇ। ਇਸੇ ਪੌੜੀ ਦੇ ਵਿੱਚ ਫਿਰ ਗੁਰੂ ਜੀ ਅੱਗੇ ਟੌਪਿਕ ਚੇਂਜ ਹੁੰਦਾ ਹੈ, ਟੌਪਿਕ ਚੇਂਜ ਕਰਦੇ ਹਨ। ਅੱਖਰਾਂ ਦੀ ਮਹਾਨਤਾ ਦੱਸਦੇ ਅੱਗੇ ਕਿ ਅੱਖਰਾਂ ਨਾਲ ਹੀ ਪਰਮਾਤਮਾ ਦਾ ਨਾਮ ਲਿਆ ਜਾ ਸਕਦਾ। ਅੱਖਰਾਂ ਦੇ ਨਾਲ ਹੀ ਸ਼ਬਦ ਬਣਦੇ ਹਨ। ਜੋ ਵੀ ਅਸੀਂ ਬੋਲਦੇ ਹਾਂ ਉਹ ਵੀ ਅੱਖਰ ਹੈ। ਜੋ ਪਰਮਾਤਮਾ ਦਾ ਨਾਮ ਲੈਂਦੇ ਹਾਂ ਉਹ ਅੱਖਰਾਂ ਦੇ ਰਾਹੀਂ ਹੀ ਲਿਆ ਜਾਂਦਾ। ਜੋ ਸ਼ਬਦ ਬਣਦੇ ਹਨ ਉਹ ਵੀ ਅੱਖਰਾਂ ਦੇ ਨਾਲ ਹੀ ਬਣਦੇ ਹਨ। ਅੱਖਰੀ ਨਾਮ, ਅੱਖਰੀ ਸਾਲਾਹ। ਇਸ ਪੰਗਤੀ ਦੇ ਵਿੱਚ ਦੋ ਵਿਸ਼ਰਾਮ ਹੈ।
ਇੱਕ ਵਿਸ਼ਰਾਮ ਅੱਖਰੀ ਦੇ ਉੱਪਰ ਹੈ, ਦੂਸਰਾ ਵਿਸ਼ਰਾਮ ਨਾਮ ਦੇ ਉੱਪਰ ਹੈ। ਇਹ ਦੋਵੇਂ ਸ਼ਬਦ ਅੱਖਰੀ ਨਾਮ, ਅੱਖਰੀ ਸਲਾਹ, ਇਹ ਇਸ ਤਰ੍ਹਾਂ, ਪਰ ਅੱਖਰੀ ਨੂੰ ਬੋਲ ਕੇ ਥੋੜਾ ਜਿਹਾ ਰੁਕਾਂਗੇ, ਫਿਰ ਨਾਮ ਕਹਿ ਕੇ ਥੋੜਾ ਜਿਹਾ ਰੁਕਾਂਗੇ। ਅੱਖਰੀ ਵਿਸ਼ਰਾਮ ਨਾਮ ਵਿਸ਼ਰਾਮ ਅੱਖਰੀ ਸਲਾਹ, ਇਸ ਤਰ੍ਹਾਂ ਅੱਖਰੀ ਤੇ ਵੀ ਥੋੜਾ ਰੁਕਣਾ, ਨਾਮ ਤੇ ਵੀ ਥੋੜਾ ਰੁਕਣਾ, ਫਿਰ ਕਹਿਣਾ ਅੱਖਰੀ ਸਲਾਹ। ਇਸ ਤਰ੍ਹਾਂ ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਨਾਮ ਅੱਖਰੀ ਸਲਾਹ, ਇਸ ਤਰ੍ਹਾਂ ਥੋੜਾ ਜਿਹਾ ਰੁਕਣਾ। ਉਹ ਸਿੱਖਣ ਵਾਸਤੇ ਥੋੜਾ ਜਿਹਾ ਲੌਂਗ ਸਾਊਂਡ ਦਿੰਨੇ ਆਪਾਂ ਰੂਟੀਨ ਦੇ ਵਿੱਚ। ਅੱਖਰੀ ਨਾਮ ਅੱਖਰੀ ਸਲਾਹ ਇਸ ਤਰ੍ਹਾਂ ਬੋਲਾਂਗੇ। ਸੋ ਇੱਥੇ ਸਾਡੇ ਕੋਲ ਗਲਤੀ ਕੀ ਹੁੰਦੀ ਹੈ ਇਸ ਪੰਗਤੀ ਦੇ ਵਿੱਚ? ਅਸੀਂ ਬੋਲਦੇ ਅੱਖਰੀ ਸਲਾਹ, ਅੱਖਰੀ ਸਲਾਹ, ਹਨਾ। ਜੇ ਅੱਖਰੀ ਸਲਾਹ ਬੋਲਦੇ ਆ, ਮੰਨ ਲਓ ਜੇ ਅਸੀਂ ਸੱਸੇ ਨੂੰ ਕੰਨਾ ਲਾ ਵੀ ਦਿੱਤਾ ਸਾ ਲਾ, ਤੇ ਫਿਰ ਹਾਹਾ ਨਹੀਂ ਬੋਲਾਂਗੇ ਅਸੀਂ, ਅੱਖਰੀ ਸਲਾਹ ਐਂ ਬੋਲਾਂਗੇ ਅਸੀਂ। ਜਾਂ ਫਿਰ ਅਸੀਂ ਐਂ ਗਲਤ ਬੋਲਦੇ ਅੱਖਰੀ ਸਲਾਹ, ਸੱਸੇ ਨੂੰ ਕੰਨਾ ਵੀ ਨਹੀਂ ਬੋਲਦੇ, ਫਿਰ ਹਾਹਾ ਵੀ ਨਹੀਂ ਬੋਲਦੇ ਸੀ, ਅੱਖਰੀ ਸਲਾਹ। ਜੇ ਹਾਹੇ ਨੂੰ ਕੰਨਾ ਅਦਰਵਾਈਜ਼ ਲਾ ਵੀ ਦਿੰਦੇ ਆ ਅਸੀਂ ਸਾ ਲਾ, ਹਾਹਾ ਫਿਰ ਨਹੀਂ ਬੋਲਦੇ ਅਸੀਂ। ਇਹ ਰੋਂਗ ਪ੍ਰੋਨਾਂਸੀਏਸ਼ਨ ਹੋ ਜਾਂਦੀ ਹੈ, ਰੋਂਗ ਉਚਾਰਨ ਹੁੰਦਾ ਹੈ। ਇਸ ਤਰ੍ਹਾਂ ਬੋਲਣਾ ਅੱਖਰੀ ਸਲਾਹ, ਅੱਖਰੀ ਸਲਾਹ, ਸੱਸੇ ਕੰਨਾ ਸਾ, ਲੱਲੇ ਕੰਨਾ ਲਾ, ਹਾਹਾ ਹ, ਸਲਾਹ ਸਲਾਹ ਸਲਾਹ, ਇਸ ਤਰ੍ਹਾਂ ਬੋਲਣਾ। ਫਿਰ ਆਪਾਂ ਰਿਪੀਟ ਕਰੀਏ ਅੱਖਰੀ ਨਾਮ ਅੱਖਰੀ ਸਲਾਹ। ਇਸ ਦਾ ਅਰਥ ਹੈ ਕਿ ਅੱਖਰਾਂ ਨਾਲ ਹੀ ਤੇਰਾ ਨਾਮ ਬਣਦਾ ਹੈ। ਅੱਖਰੀ ਨਾਮ ਅੱਖਰਾਂ ਨਾਲ ਹੀ ਤੇਰਾ ਨਾਮ ਬਣਦਾ ਹੈ, ਅਤੇ ਅੱਖਰਾਂ ਨਾਲ ਹੀ ਤੇਰੀ ਸਿਫਤ ਸਲਾਹ ਕੀਤੀ ਜਾਂਦੀ ਹੈ। ਅੱਖਰੀ ਸਲਾਹ, ਅੱਖਰਾਂ ਨਾਲ ਹੀ ਤੇਰੀ ਸਿਫਤ ਸਲਾਹ ਕੀਤੀ ਜਾਂਦੀ ਹੈ। ਜਿਵੇਂ ਵਾਹਿਗੁਰੂ ਬੋਲਣਾ ਤੇ ਸਾਨੂੰ ਵਾਹ ਵਾਹ ਹਾ ਹਾ ਗੱਗਾ ਰਾਰਾ ਇਸਤੇਮਾਲ ਕਰਨਾ ਪਊਗਾ। ਵਾਹਿਗੁਰੂ ਰਾਰਾ, ਰਾਮ ਬੋਲਣ ਵਾਸਤੇ ਰਾਰਾ ਮੰਮਾ ਇਸਤੇਮਾਲ ਹੁੰਦਾ ਹੈ, ਰਾਮ। ਅੱਲਾ ਬੋਲਣ ਵਾਸਤੇ ਅਲਫ ਲਾਮ, ਅਲਫ ਤੇ ਲਾਮ ਦਾ ਇਸਤੇਮਾਲ ਕਰਦੇ ਅੱਲਾਹ। ਗੋਡ ਬੋਲਣ ਵਾਸਤੇ GOD ਗੋਡ ਅੱਖਰ ਵਰਤਦੇ ਆ। ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਕਿਸੇ ਵੀ ਰੂਪ ਵਿੱਚ ਲਈਏ, ਅੱਲਾ, ਰਾਮ, ਗੋਡ, ਵਾਹਿਗੁਰੂ, ਜੋ ਵੀ ਉਸਦੇ ਬੀਠਲ, ਗੌਤਮ, ਜੋ ਵੀ ਜਿੰਨੇ ਵੀ ਨਾਮ ਆ ਪਰਮੇਸ਼ਰ ਦੇ, ਕਿਸੇ ਵੀ ਨਾਮ ਨੂੰ ਅਸੀਂ ਉਚਾਰਨ ਕਰਾਂਗੇ ਤਾਂ ਉਸਦੇ ਅੱਖਰ ਬਣਦੇ, ਅੱਖਰਾਂ ਵਿੱਚ ਆ ਜਾਂਦਾ ਹੈ ਨਾ। ਅੱਗੇ ਜਾ ਕੇ ਵਿਚਾਰ ਆਊਗਾ ਵੀ ਚਾਰ ਬਾਣੀਆਂ, ਪਰਾ ਪ੍ਰਸ਼ਾਂਤੀ ਮੱਧਮੀ ਬੈਖਰੀ, ਪਰਾ ਪ੍ਰਸ਼ਾਂਤੀ ਮੱਧਮਾ ਬੈਖਰੀ, ਚਾਰ ਬਾਣੀਆਂ। ਪਰਾ ਮਤਲਬ ਧੁੰਨੀ ਹੋ ਜਾਂਦੀ, ਪ੍ਰਸ਼ਾਂਤੀ ਮਤਲਬ ਹਿਰਦਾ ਹੋ ਜਾਂਦਾ, ਹਿਰਦਾ ਜਾਂ ਮਨ, ਤੇ ਪਰਾ ਪ੍ਰਸ਼ਾਂਤੀ ਮੱਧਮਾ ਹੋ ਜਾਂਦਾ ਗਲਾ, ਮੱਧਮਾ ਗਲੇ ਨੂੰ ਕਹਿੰਦੇ ਆ, ਤੇ ਬੈਖਰੀ ਹੋ ਜਾਂਦਾ ਮੂੰਹ। ਢਿੱਡ ਦੇ ਵਿੱਚੋਂ ਸਿਰਫ ਸਾਡੇ ਵਿਚਾਰ ਪੈਦਾ ਹੁੰਦੀ ਹੈ, ਹਿਰਦਾ ਫਿਰ ਉਹਦੇ ਸ਼ਬਦ ਬਣਾਉਂਦਾ ਹੈ, ਗਲੇ ਦੇ ਵਿੱਚ ਉਹਦੀ ਆ ਕੇ ਸਾਊਂਡ ਬਣਦੀ ਆ, ਠੀਕ ਹੈ। ਦੈਨ ਮੂੰਹ ਵਿੱਚ ਆ ਕੇ ਸ਼ਬਦ ਬਣ ਜਾਂਦਾ ਹੈ। ਜਿਵੇਂ ਪਹਿਲਾਂ ਅਸੀਂ ਸੋਚਾਂਗੇ ਮੈਂ ਵਾਹਿਗੁਰੂ ਬੋਲਣਾ, ਵਾਹਿਗੁਰੂ, ਉਹ ਧੁਨੀ ਦੇ ਵਿੱਚੋਂ ਵਿਚਾਰ ਪੈਦਾ ਹੁੰਦੀ ਹੈ, ਫਿਰ ਹਿਰਦੇ ਵਿੱਚ ਆ ਕੇ, ਮਨ ਦੇ ਵਿੱਚ ਆ ਕੇ ਸ਼ਬਦ ਬਣਦਾ ਉਹ, ਤਾਂ ਫਿਰ ਗਲੇ ਦੇ ਵਿੱਚ ਆ ਕੇ ਵਾਹਿਗੁਰੂ, ਉਹ ਗਲੇ 'ਚ ਆ ਕੇ ਸਾਊਂਡ ਬਣਦਾ, ਤੇ ਮੂੰਹ ਵਿੱਚੋਂ ਜਦੋਂ ਬਾਹਰ ਨਿਕਲਦੀਆਂ ਉਹ ਤਿੰਨ ਚੀਜ਼ਾਂ, ਫਿਰ ਉਹ ਤਿੰਨਾਂ ਦੇ ਨਾਲ ਇੱਕ ਅੱਖਰ ਬਣ ਜਾਂਦਾ ਹੈ ਵਾਹਿਗੁਰੂ। ਇਸ ਤਰ੍ਹਾਂ ਪਰਾ ਪ੍ਰਸ਼ਾਂਤੀ ਮੱਧਮਾ ਬੈਖਰੀ, ਚਾਰ ਬਾਣੀਆਂ। ਜੋ ਵੀ ਅਸੀਂ ਸ਼ਬਦ ਬੋਲਦੇ ਹਾਂ ਤਾਂ ਉਹ ਸ਼ਬਦ ਅੱਖਰ ਬਣਦੇ ਆ, ਮੂੰਹ ਵਿੱਚ ਆ ਕੇ ਬੈਖਰੀ ਮਤਲਬ ਮੂੰਹ ਵਿੱਚ ਆ ਕੇ ਅੱਖਰ ਬਣ ਜਾਂਦੇ ਆ। ਦੈਨ ਅੱਖਰੀ ਗਿਆਨ ਗੀਤ ਗੁਣ ਗਾਹ, ਜਿਵੇਂ ਸਾਲਾਹ ਬੋਲਿਆ ਸੀ ਉਵੇਂ ਬੋਲਣਾ ਗਾਹ। ਇੱਥੇ ਇੱਕੋ ਹੀ ਵਿਸ਼ਰਾਮ ਹੈ, ਅੱਖਰੀ ਤੇ ਵਿਸ਼ਰਾਮ ਆਊਗਾ। ਅੱਖਰੀ ਇੱਥੇ ਰੁਕਣਾ ਥੋੜਾ ਜਿਹਾ, ਅੱਖਰੀ ਵਿਸ਼ਰਾਮ, ਗਿਆਨ ਗੀਤ ਗੁਣ ਗਾਹ, ਇਹ ਚਾਰੇ ਸ਼ਬਦ ਗਿਆਨ ਗੀਤ ਗੁਣ ਗਾਹ, ਚਾਰੇ ਸ਼ਬਦ ਇਕੱਠੇ ਬੋਲਣੇ ਆ, ਇਹਨਾਂ 'ਚ ਵਿਸ਼ਰਾਮ ਨਹੀਂ ਲਾਉਣਾ, ਅੱਖਰੀ ਤੇ ਰੁਕਣਾ ਥੋੜਾ ਜਿਹਾ।
ਅਖਰੀ ਗਿਆਨ ਗੀਤ ਗੁਣ ਗਾਹ। ਓਕੇ, ਇੱਥੇ ਸਾਡੇ ਕੋਲ ਇਹੀ ਮਿਸਟੇਕ ਹੁੰਦੀ ਆ, ਅਸੀਂ ਬੋਲਦੇ ਹਾਂ ਗਾ, ਗਿਆਨ ਗੀਤ ਗੁਣ ਗਾ, ਗਾ ਹਾਹਾ ਨਹੀਂ ਬੋਲਦੇ। ਹਾਹਾ ਲੱਗਿਆ, ਹਾਹਾ ਸਾਊਂਡ ਕਰਨਾ ਪਊਗਾ ਸਾਨੂੰ। ਮਾਤਰਾ ਜਿਹੜੀਆਂ ਹੈਗੀਆਂ, ਮੁਹਾਰਨੀ ਜਿਹਨੂੰ ਕਹਿੰਦੇ ਆ, ਮੁਹਾਰਨੀ ਬਹੁਤ ਥਾਵਾਂ ਤੇ ਗੁਰਬਾਣੀ ਦੇ ਵਿੱਚ ਸਾਇਲੈਂਟ ਹੈ, ਨਹੀਂ ਬੋਲੀ ਜਾਂਦੀ। ਬਟ ਅੱਖਰ ਕੋਈ ਵੀ ਮਿਸਟੇਕ ਨਹੀਂ ਕੀਤਾ ਜਾਂਦਾ, ਮਿਸ ਨਹੀਂ ਕੀਤਾ ਜਾਂਦਾ, ਅੱਖਰ ਸਾਰੇ ਬੋਲੇ ਜਾਂਦੇ ਆ। ਮੁਹਾਰਨੀਆਂ ਬਹੁਤ ਥਾਵਾਂ ਤੇ ਨਹੀਂ ਬੋਲੀਆਂ ਜਾਂਦੀਆਂ। ਜਿਵੇਂ ਹੁਣ ਬੋਲਣ ਬੋਲਦੇ ਆ, ਬੋਲਣ ਲਿਖਿਆ ਅਗਲੀ ਪੰਕਤੀ ਦੇ ਵਿੱਚ, ਲਿਖਣ ਬੋਲਣ, ਉੱਥੇ ਨਾਣੇ ਦੋਵੇਂ ਨਾਣਿਆਂ ਦੇ ਉੱਪਰ ਲਿਖਣ ਤੇ ਬੋਲਣ ਤੇ ਔਂਕੜ ਲੱਗੀ, ਪਰ ਉਹ ਔਂਕੜ ਬੋਲਦੀ ਨਹੀਂ, ਲੌਂਗ ਸਾਊਂਡ ਨਹੀਂ ਦਿੰਦੀ। ਉਹ ਵਿਦਵਾਨ ਪੁਰਸ਼ ਉਹਨੂੰ ਆਪਣੇ ਤਰੀਕੇ ਨਾਲ ਉਚਾਰਨ ਕਰਦੇ ਆ, ਜਿਸ ਦੀ ਸਾਊਂਡ ਵੀ ਨਹੀਂ ਹੁੰਦੀ ਤੇ ਉਚਾਰਨ ਵੀ ਹੋ ਜਾਂਦਾ। ਇਸ ਤਰ੍ਹਾਂ ਹਾਹਾ ਸਾਨੂੰ ਬੋਲਣਾ ਪਊਗਾ, ਅੱਖਰ ਸਾਰੇ ਬੋਲਣੇ ਪੈਣਗੇ ਸਾਨੂੰ। ਗਾਹ ਐ ਬੋਲਣਾ, ਗਾਹ ਨਹੀਂ ਬੋਲਣਾ, ਗਾਹ ਨਹੀਂ ਕਹਿਣਾ, ਗਾਹ ਗਾਹ ਗਾਹ। ਹਾਹੇ ਦੀ ਸਾਊਂਡ ਦੇਣੀ ਹੈ, ਪਰ ਉਹਦੀ ਹਾਹੇ ਦੀ ਹਵਾ ਬਾਹਰ ਨਹੀਂ ਕੱਢਣੀ, ਮੂੰਹ 'ਚ ਹੀ ਰੱਖਣੀ। ਗਾਹ ਥੱਲੇ ਵਾਲਾ ਲਿਪਸ ਜੋ ਹੈ, ਥੱਲੇ ਵਾਲੇ ਲਿਪਸ ਨੂੰ ਅੰਦਰ ਨੂੰ ਖਿੱਚ ਲੈਣਾ। ਗਾਹ ਗਾਹ ਹੈ। ਅਖਰੀ ਗਿਆਨ ਗੀਤ ਗੁਣ ਗਾਹ, ਇਸ ਦਾ ਅਰਥ ਹੈ ਕਿ ਅੱਖਰਾਂ ਦੇ ਬੋਲ ਬਣਾ ਕੇ ਉਸ ਦੇ ਗੀਤ ਗਾਏ ਜਾਂਦੇ ਹਨ। ਅੱਖਰਾਂ ਦੇ ਬੋਲ ਬਣਾ ਕੇ ਪਹਿਲਾਂ ਅੱਖਰ ਲਿਖੇ ਜਾਂਦੇ ਆ। ਅੱਖਰ ਜਦੋਂ ਲਿਖਦੇ ਹੋ ਬੋਲ ਬਣ ਜਾਂਦਾ, ਇੱਕ ਸ਼ਬਦ ਬਣ ਜਾਂਦਾ ਹੈ। ਜਿਵੇਂ ਲਿਖਣਾ ਮੈਂ, ਮੰਮੇ ਨੂੰ ਦੋ ਲਾਵਾਂ ਉੱਤੇ ਟਿੱਪੀ ਲਾਉਣੀ ਪਊਗੀ, ਬਿੰਦੀ, ਮੈਂ। ਇਸ ਤਰ੍ਹਾਂ ਅੱਖਰਾਂ ਦੇ ਬੋਲ ਬਣਾ ਕੇ ਉਸ ਦੇ ਗੀਤ ਗਾਏ ਜਾਂਦੇ ਹਨ। ਸ਼ਬਦਾਂ ਦਾ ਗਿਆਨ ਹੁੰਦਾ ਹੈ। ਸ਼ਬਦ ਦਾ ਗਿਆਨ ਕਿਵੇਂ ਹੋਊਗਾ, ਬੋਲਾਂ ਦਾ ਗਿਆਨ ਕਿਵੇਂ ਹੋਊਗਾ, ਜੇ ਉਹ ਅੱਖਰਾਂ 'ਚ ਆਊਗਾ। ਅੱਖਰਾਂ ਦੇ ਵਿੱਚ ਉਸ ਨੂੰ ਲਿਖਾਂਗੇ, ਫਿਰ ਉਸ ਦਾ ਗਿਆਨ ਹੋਊਗਾ, ਗਿਆਨ ਹੁੰਦਾ ਹੈ। ਦੈਨ ਅੱਖਰੀ ਲਿਖਣ ਬੋਲਣ ਬਾਣ, ਇੱਥੇ ਵੀ ਅੱਖਰੀ ਤੇ ਵਿਸ਼ਰਾਮ ਹੈ, ਅੱਖਰੀ ਤੇ ਥੋੜਾ ਰੁਕਣਾ। ਅੱਖਰੀ ਵਿਸ਼ਰਾਮ, ਲਿਖਣ ਬੋਲਣ ਬਾਣ, ਇਹ ਲਿਖਣ ਬੋਲਣ ਬਾਣ ਇਕੱਠਾ ਹੀ ਬੋਲਣਾ ਆਪਾਂ, ਇਹ ਤੇ ਕਿਤੇ ਵੀ ਵਿਸ਼ਰਾਮ ਨਹੀਂ ਲਾਉਣਾ। ਅੱਖਰੀ ਲਿਖਣ ਬੋਲਣ ਬਾਣ, ਇਸ ਤਰ੍ਹਾਂ ਬੋਲਣਾ। ਇੱਥੇ ਹੁਣ ਦੋਵੇਂ ਨਾਣਿਆਂ ਦੇ ਉੱਪਰ ਔਂਕੜ ਲੱਗੀ ਹੈ, ਪਰ ਔਂਕੜ ਬੋਲਦੀ ਨਹੀਂ, ਕਿਉਂਕਿ ਮੁਹਾਰਨੀ ਬਹੁਤ ਥਾਵਾਂ ਤੇ ਨਹੀਂ ਬੋਲਦੀ। ਕੰਨਾ ਸਿਹਾਰੀ ਬਿਹਾਰੀ ਦੇ ਵਿੱਚ ਜਿਹੜੀ ਔਂਕੜ ਆਉਂਦੀ ਹੈ, ਉਹ ਬਹੁਤ ਥਾਵਾਂ ਤੇ ਸਾਇਲੈਂਟ, ਬਹੁਤ ਥਾਵਾਂ ਤੇ ਬੋਲ ਜਾਂਦੀ ਹੈ। ਜਿਵੇਂ ਅਭੁੱਲ, ਅਤੁੱਲ, ਇੱਥੇ ਬੋਲਦੀ ਆ ਉਹ, ਪਰ ਕਈ ਥਾਵਾਂ ਤੇ ਨਹੀਂ ਬੋਲਦੀ ਗੀ। ਤਾਂ ਜਿਵੇਂ ਅਤੁੱਟ ਬੋਲਦੇ ਆ, ਉੱਥੇ ਵੀ ਬੋਲਦੀ ਹੈ। ਇਸ ਤਰ੍ਹਾਂ ਇੱਥੇ ਲਿਖਣ ਬੋਲਣ ਬਾਣ ਇਕੱਠਾ ਬੋਲਣਾ। ਅੱਖਰੀ ਲਿਖਣ ਬੋਲਣ ਬਾਣ, ਜਿਸ ਦਾ ਅਰਥ ਹੈ ਵੀ ਅੱਖਰ ਲਿਖੇ ਜਾਂਦੇ ਹਨ, ਅੱਖਰ ਹੀ ਬੋਲੇ ਜਾਂਦੇ ਹਨ, ਅੱਖਰਾਂ ਨਾਲ ਹੀ ਬਾਣੀ ਲਿਖੀ ਜਾਂਦੀ ਹੈ। ਅੱਖਰੀ ਲਿਖਣ, ਅੱਖਰ ਹੀ ਲਿਖੇ ਜਾਂਦੇ ਹਨ। ਬੋਲਣ, ਅੱਖਰ ਹੀ ਬੋਲੇ ਜਾਂਦੇ ਹਨ। ਬਾਣ, ਅੱਖਰਾਂ ਨਾਲ ਹੀ ਬਾਣੀ ਲਿਖੀ ਜਾਂਦੀ ਹੈ। ਪਸ਼ੂਆਂ ਕੋਲ ਸਿਰਫ ਧੁਨੀ ਹੈ, ਸਾਊਂਡ ਹੈ, ਆਵਾਜ਼ ਹੈ, ਪਰ ਸ਼ਬਦ ਨਹੀਂ ਆ। ਮਨੁੱਖ ਕੋਲ ਅੱਖਰ ਹਨ, ਉਹ ਆਪਣੇ ਵਿਚਾਰਾਂ ਨੂੰ ਲਿਖ ਕੇ 100 ਮੀਲ ਤੱਕ ਦੂਜੇ ਬੰਦੇ ਕੋਲ ਪਹੁੰਚਾ ਸਕਦਾ ਹੈ, ਹਜ਼ਾਰਾਂ ਮੀਲ ਤੱਕ ਦੂਜੇ ਕੋਲ ਪਹੁੰਚਾ ਸਕਦਾ ਆਪਣੇ ਸ਼ਬਦਾਂ ਨੂੰ, ਆਪਣੇ ਬੋਲਾਂ ਨੂੰ ਬੋਲ ਕੇ, ਲਿਖ ਕੇ। ਪਰ ਪਸ਼ੂ ਇਸ ਤਰ੍ਹਾਂ ਨਹੀਂ ਕਰ ਸਕਦੇ, ਉਹਨਾਂ ਕੋਲ ਸਿਰਫ ਧੁਨੀ ਹੈ, ਸਾਊਂਡ ਹੈ, ਸ਼ਬਦ ਨਹੀਂ ਹੈ। ਅਤੇ ਮਨੁੱਖ ਉਸ ਦੇ ਬੋਲਾਂ, ਮਨੁੱਖ ਦੇ ਬੋਲਾਂ ਨੂੰ ਉੱਥੇ ਵੀ ਸਮਝਿਆ ਜਾ ਸਕਦਾ ਤੇ ਬੋਲਿਆ ਜਾ ਸਕਦਾ। ਮਨੁੱਖ ਕੋਲ ਇਹ ਤਾਕਤ ਹੈ ਕਿ ਉਹ ਆਪਣੇ ਬੋਲਾਂ ਨੂੰ ਅੱਖਰਾਂ ਵਿੱਚ ਲਿਖ ਕੇ 100 ਮੀਲ, 1000 ਮੀਲ, 10,000 ਮੀਲ, ਇੰਡੀਆ ਤੋਂ ਕੈਨੇਡਾ, ਅਮਰੀਕਾ, ਲੰਦਨ ਵਗੈਰਾ ਵਗੈਰਾ ਕਿਤੇ ਵੀ ਪਹੁੰਚਾ ਸਕਦਾ ਆਪਣੇ ਲਿਖੇ ਹੋਏ ਬੋਲ ਚਿੱਠੀ ਦੇ ਰੂਪ ਵਿੱਚ। ਫਿਰ ਉਸੇ ਦੇ ਲਿਖੇ ਹੋਏ ਬੋਲ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਉਹ ਬੋਲੇ ਜਾ ਸਕਦੇ ਆ, ਸਮਝੇ ਜਾ ਸਕਦੇ ਆ। ਤਾਂ ਗੁਰੂ ਜੀ ਕਹਿੰਦੇ ਅੱਖਰੀ ਲਿਖਣ ਬੋਲਣ ਬਾਣ।
ਅੱਖਰ ਹੀ ਲਿਖੇ ਜਾਂਦੇ ਹਨ, ਅੱਖਰਾਂ ਨਾਲ ਹੀ ਬੋਲ ਬਣਦੇ ਹਨ, ਅੱਖਰਾਂ ਨਾਲ ਹੀ ਬਾਣੀ ਲਿਖੀ ਜਾਂਦੀ ਹੈ। ਦੈਨ ਅੱਖਰਾ ਸਿਰ ਸੰਜੋਗ ਵਖਾਣ, ਸਿਰ ਤੇ ਵਿਸ਼ਰਾਮ ਆਊਗਾ। ਅੱਖਰਾ ਸਿਰ ਵਿਸ਼ਰਾਮ, ਸੰਜੋਗ ਵਖਾਣ, ਇਹਦਾ ਉਚਾਰਨ ਤਕਰੀਬ ਠੀਕ ਹੀ ਕਰਦੇ ਹਾਂ ਸਾਰੇ। ਅੱਖਰਾ ਸਿਰ ਸੰਜੋਗ ਵਖਾਣ, ਜਿਸ ਦਾ ਅਰਥ ਹੈ ਅੱਖਰਾਂ ਰਾਹੀਂ ਹੀ ਜੀਵ ਦੇ ਮੱਥੇ ਉੱਤੇ ਉਸ ਦੇ ਪੂਰਬਲੇ ਕਰਮਾਂ ਅਨੁਸਾਰ ਸੰਜੋਗ ਤੇ ਵਿਯੋਗ ਲਿਖੇ ਜਾਂਦੇ ਹਨ। ਉਸ ਦੀ ਕਿਸਮਤ ਵਿੱਚ ਮੇਲੇ ਅਤੇ ਵਿਛੋੜੇ ਲਿਖੇ ਜਾਂਦੇ ਹਨ। ਅੱਖਰਾ ਸਿਰ, ਸਿਰ ਮੀਨਸ ਥਰੂ, ਰਾਹੀਂ ਵੀ ਹੋ ਜਾਂਦਾ ਹੈ। ਸਿਰ ਮੀਨਸ ਮੱਥਾ, ਸਿਰ ਵੀ ਹੁੰਦਾ ਹੈ, ਦੋ ਅਰਥ ਬਣਦੇ ਆ ਇਹਦੇ। ਅੱਖਰਾਂ ਸਿਰ, ਅੱਖਰਾਂ ਦੇ ਰਾਹੀਂ, ਰਾਹੀਂ ਥਰੂ ਐਵੇਂ ਕਹਿ ਸਕਦੇ ਹਾਂ ਅਸੀਂ। ਐਵੇਂ ਵੀ ਕਹਿ ਸਕਦੇ ਹਾਂ ਅੱਖਰਾਂ ਸਿਰ, ਅੱਖਰ ਸਾਡੇ ਮੱਥੇ ਵਿੱਚ ਲਿਖੇ ਜਾਂਦੇ ਹਨ। ਸੰਜੋਗ ਵਖਾਣ, ਉਹਨਾਂ ਅੱਖਰਾਂ ਦੇ ਰਾਹੀਂ ਜੋ ਸਾਡੇ ਮਸਤਕ ਵਿੱਚ ਲਿਖੇ ਜਾਂਦੇ ਹਨ। ਸਾਡਾ ਮਿਲਣਾ ਤੇ ਵਿਛੋੜਾ, ਦੁੱਖ ਸੁੱਖ, ਖੁਸ਼ੀ ਗਮੀ, ਸਾਰਾ ਕੁਝ ਸਾਡੀ ਕਿਸਮਤ ਦੇ ਰੂਪ ਵਿੱਚ ਸਾਡੇ ਮਸਤਕ ਉੱਪਰ ਲਿਖੇ ਜਾਂਦੇ ਹਨ। ਵਿਖਿਆਨ ਮਤਲਬ ਖਾਣ ਕੀਤਾ ਜਾਂਦਾ, ਲਿਖੇ ਜਾਂਦੇ ਹਨ। ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਥੇ ਇੱਕੋ ਹੀ ਵਿਸ਼ਰਾਮ ਹੈ, ਲਿਖੇ ਦੇ ਉੱਤੇ ਵਿਸ਼ਰਾਮ ਆਊਗਾ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਇਸ ਤਰ੍ਹਾਂ ਜਿਨ ਇਹ ਲਿਖੇ ਵਿਸ਼ਰਾਮ ਤਿਸ ਸਿਰ ਨਾਹੀਂ। ਤਾਂ ਇੱਥੇ ਸਾਡੇ ਕੋਲ ਗਲਤੀ ਕੀ ਹੁੰਦੀ ਆ, ਇਹ ਨਹੀਂ ਬੋਲਦੇ, ਅਸੀਂ ਬੋਲਦੇ ਹਾਂ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਇਹ ਜਿਨ ਇਹ ਲਿਖੇ ਐਂ ਬੋਲਦੇ ਹਾਂ ਅਸੀਂ। ਇੱਥੇ ਈੜੀ ਨੂੰ ਲਾਂ ਹਾਹੇ ਸਿਹਾਰੀ ਲੱਗੀ ਹੋਈ ਹੈ, ਇਹ ਬੋਲਾਂਗੇ ਅਸੀਂ। ਇਹ ਨਹੀਂ ਬੋਲਣਾ ਅਸੀਂ, ਰੋਂਗ ਆ। ਇਹ ਐਂ ਬੋਲਣਾ। ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਸੋ ਇਸ ਪੰਕਤੀ ਦਾ ਅਰਥ ਹੈ, ਗੁਰੂ ਜੀ ਕਹਿੰਦੇ ਵੀ ਅੱਖਰ ਜਿਹੜੇ ਹਨ, ਅੱਖਰਾਂ ਨਾਲ ਬਾਣੀ, ਅੱਖਰਾਂ ਨਾਲ ਸ਼ਬਦ, ਅੱਖਰਾਂ ਨਾਲ ਬੋਲ ਬਣਦੇ ਹਨ। ਅੱਖਰਾਂ ਦੇ ਨਾਲ ਹੀ ਮੱਥੇ ਦੇ ਉੱਤੇ, ਮਨੁੱਖ ਦੇ ਮੱਥੇ ਉੱਤੇ ਪੂਰਬਲੇ ਕਰਮਾਂ ਅਨੁਸਾਰ ਸੰਜੋਗ ਵਿਯੋਗ, ਦੁੱਖ ਸੁੱਖ, ਖੁਸ਼ੀ ਗਮੀ, ਮਿਲਣਾ ਵਿਛੜਨਾ ਲਿਖਿਆ ਜਾਂਦਾ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਭਾਈ ਜਿਹੜੇ ਵਾਹਿਗੁਰੂ ਨੇ ਇਹ ਅੱਖਰ ਬਣਾਏ ਆ, ਜਿਹੜਾ ਵਾਹਿਗੁਰੂ ਸਾਡੀ ਕਿਸਮਤ ਦੇ ਵਿੱਚ ਅੱਖਰ ਲਿਖਦਾ ਹੈ, ਅੱਖਰਾਂ ਨਾਲ ਸਾਡੀ ਕਿਸਮਤ ਲਿਖਦਾ ਹੈ। ਪਰ ਜਿਸ ਵਾਹਿਗੁਰੂ ਨੇ ਜੀਵਾਂ ਦੀ ਕਿਸਮਤ ਲਿਖੀ ਹੈ, ਜਿਨ ਇਹ ਲਿਖੇ, ਜਿਸ ਵਾਹਿਗੁਰੂ ਨੇ ਜੀਵਾਂ ਦੀ ਕਿਸਮਤ ਲਿਖੀ ਹੈ, ਤਿਸ ਸਿਰ ਨਾ ਹੈ। ਸਿਰ ਮਤਲਬ ਉੱਤੇ, ਇੱਥੇ ਸਿਰ ਦਾ ਅਰਥ ਬਣੂਗਾ ਉੱਤੇ, ਉੱਪਰ। ਗੁਰੂ ਜੀ ਕਹਿੰਦੇ ਹਨ ਉਸ ਦੇ ਉੱਤੇ ਹੋਰ ਕੋਈ ਕੁਝ ਨਹੀਂ ਲਿਖ ਸਕਦਾ। ਜੋ ਵਾਹਿਗੁਰੂ ਨੇ ਸਾਡੀ ਕਿਸਮਤ ਵਿੱਚ ਲਿਖ ਦਿੱਤਾ, ਉਹਦੇ ਉੱਤੇ ਕੋਈ ਹੋਰ ਨਹੀਂ ਲਿਖ ਸਕਦਾ। ਯਾਨੀ ਕਿ ਉਸ ਨੂੰ ਅਸੀਂ ਇਰੇਜ਼ ਨਹੀਂ ਕਰ ਸਕਦੇ। ਜੋ ਵਾਹਿਗੁਰੂ ਨੇ ਲਿਖਿਆ ਉਸ ਨੂੰ ਇਰੇਜ਼ ਕਰਕੇ, ਉਸ ਨੂੰ ਰੱਬ ਕਰਕੇ, ਉਸ ਦੇ ਉੱਤੇ ਆਪਣੀ ਮਰਜ਼ੀ ਨਾਲ ਕੁਝ ਨਹੀਂ ਲਿਖ ਸਕਦੇ। ਦੁਨੀਆ ਦਾ ਕੋਈ ਬੰਦਾ ਨਹੀਂ ਲਿਖ ਸਕਦਾ, ਨਾ ਹੀ ਕੋਈ ਲਿਖ ਸਕਿਆ ਤੇ ਨਾ ਹੀ ਕੋਈ ਅੱਗੇ ਤੋਂ ਲਿਖ ਸਕੇਗਾ। ਜਿਸ ਵਾਹਿਗੁਰੂ ਨੇ ਜੀਵਾਂ ਦੀ ਕਿਸਮਤ ਲਿਖੀ ਹੈ, ਉਸ ਉੱਤੇ ਹੋਰ ਕੋਈ ਕੁਝ ਨਹੀਂ ਲਿਖ ਸਕਿਆ। ਭਾਵ ਹੋਰ ਕੋਈ ਆਪਣੇ ਅੱਖਰ ਲਿਖ ਕੇ ਕਿਸੇ ਦੀ ਕਿਸਮਤ ਨੂੰ ਬਦਲ ਨਹੀਂ ਸਕਿਆ। ਦੈਨ ਜਿਵ ਫਰਮਾਏ ਤਿਵ ਤਿਵ ਪਾਹੇ। ਫਰਮਾਏ ਤੇ ਵਿਸ਼ਰਾਮ ਆਊਗਾ। ਜਿਵ ਫਰਮਾਏ ਵਿਸ਼ਰਾਮ, ਤਿਵ ਤਿਵ ਪਾਹੇ, ਇਸ ਤਰ੍ਹਾਂ। ਪਰ ਇੱਥੇ ਸਾਡੇ ਕੋਲ ਮੈਨੂੰ ਲੱਗਦਾ ਗਲਤੀ ਹੋ ਜਾਂਦੀ ਹੈ, ਅਸੀਂ ਬੋਲਦੇ ਹਾਂ ਤਿਵ ਤਿਵ ਪਾਏ, ਹਾਹੇ ਨੂੰ ਸਿਹਾਰੀ ਨਹੀਂ ਬੋਲਦੇ, ਇੱਥੇ ਈੜੀ ਲਾ ਦਿੰਦੇ ਹਾਂ ਆਪਾਂ, ਪਾਏ, ਤਿਵ ਤਿਵ ਪਾਏ ਨਹੀਂ। ਪੱਪੇ ਕੰਨਾ ਹਾਹੇ ਸਿਹਾਰੀ ਲੱਗੀ ਹੋਈ ਹੈ, ਤਾਂ ਅਸੀਂ ਪਾਹੇ ਬੋਲਾਂਗੇ ਇਹਨੂੰ, ਤਿਵ ਤਿਵ ਪਾਹੇ, ਇਸ ਤਰ੍ਹਾਂ ਉਚਾਰਨ ਕਰਨਾ। ਜੇ ਫਰਮਾਏ ਤਿਵ ਤਿਵ ਪਾਹੇ, ਇਸ ਤਰ੍ਹਾਂ। ਇਸ ਦਾ ਅਰਥ ਬਣਦਾ ਵੀ ਜਿਵੇਂ ਜਿਵੇਂ ਉਹ ਵਾਹਿਗੁਰੂ ਹੁਕਮ ਕਰਦਾ ਹੈ। ਫਰਮਾਈ ਮੀਨਸ ਹੁਕਮ, ਆਰਡਰ। ਜਿਵੇਂ ਜਿਵੇਂ ਉਹ ਵਾਹਿਗੁਰੂ ਜੀਵ ਉੱਤੇ ਹੁਕਮ ਕਰਦਾ ਹੈ, ਜੀਵ ਉਵੇਂ ਉਵੇਂ ਹੀ ਆਪਣੇ ਕਰਮਾਂ ਦਾ ਫਲ ਪਾਉਂਦੇ ਹਨ।
ਤਿਵ ਤਿਵ ਪਾਹੇ ਮਤਲਬ ਓਵੇਂ ਓਵੇਂ ਉਸੇ ਤਰ੍ਹਾਂ। ਤਿਵ ਤਿਵ ਮੀਨਸ ਓਵੇਂ ਓਵੇਂ, ਭਾਵ ਉਸੇ ਤਰ੍ਹਾਂ ਹੀ ਕਰਮਾਂ ਦਾ ਫਲ ਪਾਉਂਦੇ ਹਨ। ਜਿਵੇਂ ਜਿਵੇਂ ਵਾਹਿਗੁਰੂ ਹੁਕਮ ਕਰਦਾ ਜੀਵ ਉਸੇ ਤਰ੍ਹਾਂ ਕਰਮਾਂ ਦਾ ਫਲ ਪਾਉਂਦੇ ਹਨ। ਜੇਤਾ ਕੀਤਾ ਤੇਤਾ ਨਾਓ, ਕੀਤਾ ਤੇ ਵਿਸ਼ਰਾਮ ਆਊਗਾ। ਜੇਤਾ ਕੀਤਾ ਵਿਸ਼ਰਾਮ, ਤੇਤਾ ਨਾਓ ਉਚਾਰਨ ਤਕਰੀਬਨ ਠੀਕ ਹੈ। ਇਸ ਦਾ ਅਰਥ ਹੈ ਕਿ ਹੇ ਵਾਹਿਗੁਰੂ, ਜਿੰਨੀ ਵੱਡੀ ਤੇਰੀ ਬਣਾਈ ਰਚਨਾ ਹੈ ਓਨਾ ਵੱਡਾ ਹੀ ਤੇਰਾ ਨਾਮ ਹੈ। ਜੇਤਾ ਕੀਤਾ, ਜਿੰਨੀ ਵੱਡੀ, ਕੀਤਾ ਮਤਲਬ ਤੂੰ ਜੋ ਬਣਾਇਆ ਹੈ, ਸ੍ਰਿਸ਼ਟੀ ਬਣਾਈ ਹੈ। ਜੇਤਾ ਜਿੰਨੀ ਵੱਡੀ, ਕੀਤਾ ਸ੍ਰਿਸ਼ਟੀ ਬਣਾਈ ਹੈ। ਜਿੰਨੀ ਵੱਡੀ ਤੂੰ ਰਚਨਾ ਬਣਾਈ ਹੈ, ਤੇਤਾ ਨਾਉ ਓਨਾ ਵੱਡਾ ਹੀ ਤੇਰਾ ਨਾਮ ਹੈ। ਦੂਜਾ ਅਰਥ, ਜਿਹੋ ਜਿਹਾ ਤੂੰ ਕਰਦਾ ਹੈ ਉਹੋ ਜਿਹਾ ਹੀ ਤੇਰਾ ਨਾਮ ਹੈ। ਜਿਹੋ ਜਿਹਾ ਤੂੰ ਕਰਦਾ ਹੈ ਉਹੋ ਜਿਹਾ ਹੀ ਤੇਰਾ ਨਾਮ ਹੈ। ਦੈਨ ਵਿਣ ਨਾਵੈ ਨਾਹੀ ਕੋ ਥਾਓ, ਨਾਵੈ ਤੇ ਵਿਸ਼ਰਾਮ ਆਊਗਾ ਇੱਕੋ ਹੀ। ਵਿਣ ਨਾਵੈ ਵਿਸ਼ਰਾਮ, ਨਾਹੀ ਕੋ ਥਾਓ ਇਸ ਤਰ੍ਹਾਂ। ਵਿਣ ਨਾਵੈ ਨਾਹੀ ਕੋ ਥਾਓ ਉਚਾਰਨ ਸਹੀ ਹੈ ਤਕਰੀਬਨ, ਵਿਸ਼ਰਾਮ ਨਾਵੈ ਤੇ ਲੱਗੂਗਾ। ਇਸ ਦਾ ਅਰਥ ਹੈ, ਹੇ ਵਾਹਿਗੁਰੂ, ਸੰਸਾਰ ਉੱਤੇ ਐਸਾ ਕੋਈ ਥਾਂ ਨਹੀਂ। ਨਾਹੀ ਕੋ ਥਾਓ ਮਤਲਬ ਐਸਾ ਕੋਈ ਥਾਂ ਨਹੀਂ ਜਿੱਥੇ ਤੇਰਾ ਨਾਮ ਨਾ ਹੋਵੇ। ਐਸਾ ਕੋਈ ਨਾਮ ਵੀ ਨਹੀਂ ਜਿਸ ਵਿੱਚ ਤੇਰਾ ਨਾਮ ਨਾ ਹੋਵੇ। ਵਿਣ ਨਾਵੈ ਨਾਹੀ ਕੋ ਥਾਓ, ਇਹ ਜੀ ਕੋਈ ਥਾਂ ਨਹੀਂ ਜਿੱਥੇ ਤੇਰਾ ਨਾਮ ਨਹੀਂ। ਇਹ ਜਿਹਾ ਕੋਈ ਨਾਮ ਨਹੀਂ ਜਿੱਥੇ ਤੇਰਾ ਨਾਮ ਨਹੀਂ, ਜਿਹਦੇ ਵਿੱਚ ਤੇਰਾ ਨਾਮ ਨਹੀਂ। ਇਸ ਤਰ੍ਹਾਂ ਕੁਦਰਤ ਕਵਣ ਕਹਾ ਵਿਚਾਰ, ਕਵਣ ਤੇ ਵਿਸ਼ਰਾਮ ਆਊਗਾ। ਕਵਣ ਤੇ ਵਿਸ਼ਰਾਮ ਆਉਣਾ। ਕੁਦਰਤ ਕਵਣ ਵਿਸ਼ਰਾਮ, ਕਹਾ ਵਿਚਾਰ ਇਸ ਤਰ੍ਹਾਂ। ਸੋ ਇਹਨੂੰ ਕਵਣ ਨਹੀਂ ਬੋਲਣਾ, ਕਵਣ। ਕਵਣ ਬੋਲਾਂਗੇ ਕੱਕੇ ਤੇ ਵਾਵੇ ਨੂੰ ਥੋੜਾ ਜਿਹਾ ਭਾਰਾ ਕਰਕੇ, ਕਵਣ। ਕੁਦਰਤ ਕਵਣ ਕਹਾ ਵਿਚਾਰ ਇਸ ਤਰ੍ਹਾਂ। ਕੁਦਰਤ ਕਵਣ ਕਹਾ ਵਿਚਾਰ, ਇਸ ਦਾ ਅਰਥ ਹੈ ਗੁਰੂ ਜੀ ਬਚਨ ਕਰਦੇ ਹਨ, ਹੇ ਵਾਹਿਗੁਰੂ, ਮੈਂ ਕੁਦਰਤ ਦੇ ਕੰਮਾਂ ਦੀ ਕਿੱਥੋਂ ਤੱਕ ਵਿਚਾਰ ਕਰਾਂ। ਮੈਂ ਕੁਦਰਤ ਦੇ ਕੰਮਾਂ ਦੀ ਕਿੱਥੋਂ ਤੱਕ ਵਿਚਾਰ ਕਰਾਂ, ਕਿੱਥੋਂ ਤੱਕ ਕਹਿ ਕੇ ਸੁਣਾਵਾਂ। ਵਾਰਿਆ ਨਾ ਜਾਵਾ ਏਕ ਵਾਰ, ਜਾਵਾ ਤੇ ਵਿਸ਼ਰਾਮ ਆਊਗਾ। ਵਾਰਿਆ ਨਾ ਜਾਵਾ ਵਿਸ਼ਰਾਮ, ਏਕ ਵਾਰ। ਜਾਵਾ ਕਹਿਣਾ, ਜਾਵਾ ਨਹੀਂ ਕਹਿਣਾ, ਜਾਵਾ ਨਹੀਂ ਆਖਣਾ, ਜਾਵਾ ਵਿਦਾਊਟ ਬਿੰਦੀ, ਜਾਵਾ। ਵਾਰਿਆ ਨਾ ਜਾਵਾ ਏਕ ਵਾਰ, ਜਿਸ ਦਾ ਅਰਥ ਹੈ ਮੈਂ ਤੇਰੇ ਨਾਮ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਹੋ ਸਕਦਾ। ਵਾਹਿਗੁਰੂ ਦੇ ਇੱਕ ਵਾਲ ਵਿੱਚ ਕਰੋੜਾਂ ਬ੍ਰਹਿਮੰਡ ਹਨ, ਮੈਂ ਤਾਂ ਉਸ ਦੇ ਇੱਕ ਨਿੱਕੇ ਜਿਹੇ ਵਾਲ ਤੋਂ ਵੀ ਕੁਰਬਾਨ ਨਹੀਂ ਹੋ ਸਕਦਾ। ਵਾਰ ਦਾ ਅਰਥ ਵਾਰੀ ਵੀ ਹੈ ਤੇ ਵਾਰ ਦਾ ਅਰਥ ਵਾਲ ਵੀ ਬਣਦਾ ਹੈ। ਦੈਨ ਜੋ ਤੁਧ ਭਾਵੈ ਸਾਈ ਭਲੀ ਕਾਰ, ਭਾਵੈ ਤੇ ਵਿਸ਼ਰਾਮ ਆਊਗਾ। ਜੋ ਤੁਧ ਭਾਵੈ ਵਿਸ਼ਰਾਮ, ਸਾਈ ਭਲੀ ਕਾਰ। ਸਾਈ ਬੋਲਣਾ, ਸਾਈ ਨਹੀਂ ਬੋਲਣਾ। ਸਾਈ ਮੀਨਸ ਮਾਲਕ ਹੁੰਦਾ, ਸਾਈ ਮਤਲਬ ਉਹੀ, ਓਹੋ, ਉਹੀ ਇਸ ਤਰ੍ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਸ ਦਾ ਅਰਥ ਹੈ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗੇ ਉਹੀ ਚੰਗਾ ਤੇ ਭਲਾ ਕੰਮ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਸਲਾਮਤ ਤੇ ਵਿਸ਼ਰਾਮ ਹੋਣਾ। ਤੂੰ ਸਦਾ ਸਲਾਮਤ ਵਿਸ਼ਰਾਮ, ਨਿਰੰਕਾਰ। ਤਾਂ ਇੱਥੇ ਸੀ ਨਿਰੰਕਾਰ ਕਹਿਣਾ, ਨਿਰੰਕਾਰ, ਨਿਰੰਕਾਰ ਨਹੀਂ ਕਹਿਣਾ, ਨਿਰੰਕਾਰ। ਨਿਰੰਕਾਰ ਰੌਂਗ ਸਾਊਂਡ ਹੈ ਇਹ, ਹੈ ਨਾ। ਨਿਰੰਕਾਰ ਨੰਨੇ ਨੂੰ ਸਿਹਾਰੀ ਲਾ ਕੇ ਬੋਲਣਾ, ਨਿਰੰਕਾਰ, 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 ਨਿਰੰਕਾਰ ਇਸ ਤਰ੍ਹਾਂ ਬੋਲਣਾ। ਤੂੰ ਸਦਾ ਸਲਾਮਤ ਨਿਰੰਕਾਰ, ਇਸ ਦਾ ਅਰਥ ਹੈ ਵਾਹਿਗੁਰੂ, ਤੂੰ ਹਮੇਸ਼ਾ ਹੀ ਨਵਾਂ ਨਰੋਆ ਤੇ ਇੱਕ ਰਸ ਰਹਿਣ ਵਾਲਾ।
ਸਲਾਮਤ ਦਾ ਮਤਲਬ ਸਲਾਮਤ, ਪੂਰੇ ਦਾ ਪੂਰਾ, ਨਾ ਟੁੱਟਿਆ ਨਾ ਹਿੱਲਿਆ, ਨਾ ਕਿਸੇ ਨੇ ਤੋੜਿਆ ਨਾ ਕਿਸੇ ਨੇ ਹਿਲਾਇਆ, ਸਲਾਮਤ ਹੈ। ਨੰਬਰ 9 ਹੈ, ਠੀਕ ਠਾਕ ਹੈ, ਆਪਣੀ ਜਗ੍ਹਾ ਤੇ ਖੜਾ ਹੈ, ਸਲਾਮਤ। ਤਾਂ ਗੁਰੂ ਜੀ ਕਹਿੰਦੇ ਨੇ, ਵਾਹਿਗੁਰੂ ਤੂੰ ਹਮੇਸ਼ਾ ਹੀ ਨਵਾਂ ਨਰੋਆ ਤੇ ਇੱਕ ਰਸ ਰਹਿਣ ਵਾਲਾ ਹੈ। ਤੂੰ ਸ਼ਕਲ ਸੂਰਤ ਤੋਂ ਤੇ ਰੂਪ ਰੰਗ ਤੋਂ ਰਹਿਤ ਹੈ, ਨਿਰਾਕਾਰ। ਨਿਰੰਕਾਰ ਮੀਨਸ ਨਿਰਾਕਾਰ, ਆਕਾਰ ਤੋਂ ਸ਼ਕਲ ਸੂਰਤ ਤੋਂ ਰਹਿਤ ਹੈ, ਰੰਗ ਰੂਪ ਤੋਂ ਰਹਿਤ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੋਂ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਦੀਆਂ 19 ਪੌੜੀਆਂ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕੀਤੇ ਆ। ਇਸ ਤੋਂ ਅੱਗੇ ਵਾਲੀ ਬਾਣੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾ ਸਹਿਤ ਅਗਲੇ ਪਾਠ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।